ਅਸੀਸਾਂ ਬਖਸ਼ੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 7 ਮਹੀਨੇ ਤੋਂ ਵੱਧ ਸਮਾਂ ਜਿਸ ਵਕਤ ਪਹਾੜੀ ਰਾਜਿਆਂ ਨੇ ਤੇ ਮੁਗਲ ਜਰਨੈਲਾਂ ਨੂੰ ਆਨੰਦਪੁਰ ਸਾਹਿਬ ਦਾ ਘੇਰਾ ਕੱਤੀ ਬੈਠਿਆਂ ਹੋ ਗਿਆ ਤੇ ਹੋਰ ਲੰਮਾ ਸਮਾਂ ਉਹਨਾਂ ਨੂੰ ਘੇਰਾ ਪਾ ਕੇ ਰੱਖਣਾ ਮੁਸ਼ਕਲ ਜਾਪ ਰਿਹਾ ਸੀ। ਇਸ ਕਰਕੇ ਉਹਨਾਂ ਨੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਬੇਨਤੀਆਂ ਕੀਤੀਆਂ, ਫਰਿਆਦਾਂ ਕੀਤੀਆਂ, ਆਪ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਲ੍ਹਾ ਨਹੀਂ ਸਨ ਛੱਡਣਾ ਚਾਹੁੰਦੇ, ਕਿਉਂਕਿ ਉਹ ਇਹਨਾਂ ਪਹਾੜੀ ਰਾਜਿਆਂ ਤੇ ਮੁਗਲ ਜਰਨੈਲਾਂ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਪਰ ਉਹਨਾਂ ਨੇ ਗਊ ਬਣਾ ਕੇ ਆਟੇ ਦੀ ਤੇ ਕੁਰਾਨ ਸ਼ਰੀਫ ਦੀ ਸਹੁੰ ਭੇਜੀ ਮਹਾਰਾਜ ਨੂੰ, ਸਤਿਗੁਰੂ ਕਿਰਪਾ ਕਰਕੇ ਆਪ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ। ਅਸੀਂ ਕੀ ਮੂੰਹ ਲੈ ਕੇ ਘਰਾਂ ਨੂੰ ਜਾਵਾਂਗੇ, ਦੁਨੀਆ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਰਵਾਂਗੇ। ਜਿੱਧਰ ਤੁਹਾਡੀ ਮਰਜ਼ੀ ਹੋਈ ਉੱਧਰ ਤੁਸੀਂ ਚਲੇ ਜਾਇਓ, ਪਰ ਇੱਕ ਵਾਰ ਕਿਲ੍ਹਾ ਛੱਡ ਦਿਓ, ਵਾਪਸ ਵੀ ਆ ਜਾਇਓ। ਸਾਧ ਸੰਗਤ ਸਤਿਗੁਰੂ ਮਹਾਰਾਜ ਨੇ ਬਲਦ ਮੰਗੇ, ਗੱਡੀਆਂ ਮੰਗੀਆਂ ਉਹਨਾਂ ਕੋਲੋਂ, ਬੈਲ ਗੱਡੀਆਂ ਉਹਨਾਂ ਨੇ ਦਿੱਤੀਆਂ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਪਾਜ ਉਗਾੜਨ ਵਾਸਤੇ ਆਨੰਦਪੁਰ ਸਾਹਿਬ ਦੇ ਅੰਦਰੋਂ ਜਿਹੜੇ ਪੁਰਾਣੇ ਕੱਪੜੇ ਸਨ, ਹੱਡੀਆਂ, ਪਿੰਜਰ ਪਸ਼ੂਆਂ ਦੇ, ਹੋਰ ਟੁੱਟਾ ਭੱਜਾ ਬਹੁਤ ਸਾਰਾ ਸਮਾਨ, ਕਾਠੀਆਂ ਇਤਿਆਦਿਕ ਹੁਕਮ ਦੇ ਕੇ ਉਹਨਾਂ ਗੱਡਿਆਂ ਉੱਤੇ ਲਦਵਾ ਦਿੱਤੀਆਂ ਤੇ ਉਹਨਾਂ ਦੇ ਉੱਤੇ ਜਿਸ ਵਕਤ ਸਿੰਘ ਅਸਵਾਰ ਬੈਠੇ ਉਹਨਾਂ ਨੂੰ ਗੁਪਤ ਰੂਪ ਵਿੱਚ ਸਿੱਖਿਆ ਦੇ ਦਿੱਤੀ। ਮਹਾਰਾਜ ਸਾਹਿਬ ਜੀ ਦੇ ਹੁਕਮਾਂ ਦੇ ਸਦਕਾ ਇਹ ਸਾਰਾ ਸਮਾਨ ਜਿਸ ਵਕਤ ਆਨੰਦਪੁਰ ਸਾਹਿਬ ਦੇ ਵਿੱਚੋਂ ਵਿਦਾ ਹੋਇਆ ਤੇ ਪਹਾੜੀ ਰਾਜੇ ਤੇ ਮੁਗਲ ਜਰਨੈਲਾਂ ਨੂੰ ਇਉਂ ਲੱਗਿਆ ਵੀ ਖਜ਼ਾਨਾ ਜਾ ਰਿਹਾ ਹੈ, ਲੁੱਟ ਲਿਆ ਜਾਏ। ਇਸ ਲਈ ਉਹਨਾਂ ਨੇ ਉਦੋਂ ਹੀ ਉਹ ਜਿਹੜੀਆਂ ਚੁੱਕੀਆਂ ਹੋਈਆਂ ਸਹੁੰਆਂ ਸਨ ਉਹਨਾਂ ਨੂੰ ਤੋੜ ਦਿੱਤਾ ਤੇ ਹਮਲਾ ਕਰ ਦਿੱਤਾ। ਗਰੀਬ ਨਵਾਜ਼ ਦੇ ਸਮਝਾਏ ਹੋਏ ਸਿੰਘ ਇੱਕਦਮ ਗੱਡਿਆਂ ਤੋਂ ਉਤਰ ਕੇ ਵਾਪਸ ਆਨੰਦਪੁਰ ਸਾਹਿਬ ਕਿਲ੍ਹੇ ਵਿੱਚ ਆ ਗਏ। ਗੱਡੇ ਵੀ ਉਹਨਾਂ ਦੇ ਸਨ, ਬਲਦ ਵੀ ਉਹਨਾਂ ਦੇ ਸਨ ਤੇ ਉਹਨਾਂ ਦੇ ਪੱਲੇ ਕੁਝ ਨਾ ਪਿਆ ਸਿਵਾਏ ਸ਼ਰਮਿੰਦਗੀ ਤੋਂ। ਇਸ ਤਰ੍ਹਾਂ ਕੁਝ ਦਿਨ ਫੇਰ ਲੰਘ ਗਏ। ਉਸ ਤੋਂ ਬਾਅਦ ਫਿਰ ਉਹਨਾਂ ਨੇ ਔਰੰਗਜ਼ੇਬ ਦੇ ਦਸਤਖਾਂ ਵਾਲੀ ਚਿੱਠੀ ਤੇ ਬਣਾ ਕੇ ਗਊ ਤੇ ਕੁਰਾਨ ਸ਼ਰੀਫ ਦੀ ਸਹੁੰ ਜਿਹੜੀ ਭੇਜੀ ਤੇ ਬੇਨਤੀ ਕੀਤੀ, ਕਿਰਪਾ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਨਗਰ ਦੀਆਂ ਸੰਗਤਾਂ ਵੀ ਬੇਨਤੀ ਕਰ ਰਹੀਆਂ ਸਨ, ਸਿੰਘ ਵੀ ਕਹਿ ਰਹੇ ਸਨ ਮਹਾਰਾਜ ਛੱਡ ਦੇਣਾ ਚਾਹੀਦਾ ਆਪਾਂ ਨੂੰ ਆਨੰਦਾਂ ਦੀ ਪੁਰੀ ਨੂੰ। ਕੁਝ ਤੇ ਸਿੰਘ ਇਸ ਤਰ੍ਹਾਂ ਦੇ ਸਨ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਭੁੱਖ ਦੇ ਨਾਲ ਮਰਨ ਦੀ ਬਜਾਏ ਦੁਸ਼ਮਣ ਨਾਲ ਜੂਝ ਕੇ ਮਰਨਾ ਚੰਗਾ ਸਮਝਦੇ ਸਨ, ਇਸ ਲਈ ਉਹ ਜਾਂਦੇ ਸਨ ਤੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਸਨ, ਲੜਦਿਆਂ ਲੜਦਿਆਂ ਦੁਸ਼ਮਣ ਫੌਜ ਦੇ ਨਾਲ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਫੈਸਲਾ ਕੀਤਾ ਤੇ ਇਹ ਬਚਨ ਫਰਮਾਇਆ ਵੀ ਜੋ ਹੋਵੇਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਸਾਰਿਆਂ ਨੇ ਹਾਮੀ ਭਰੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮਾਂ ਦੇ ਸਦਕਾ 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਸਭ ਨੇ ਖਾਲੀ ਕਰ ਜਾਣਾ ਹੈ। ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਬਾਜਾਂ ਵਾਲੇ ਪ੍ਰੀਤਮ ਮਾਹੀ ਨੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਦਾ ਗੇੜਾ ਲਾਇਆ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਚਰਨ ਪਾਏ। ਉਹ ਮਾਲਕ ਉਹਦੀਆਂ ਉਹ ਜਾਣੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਨਾਲ ਸਾਰਾ ਸਮਾਨ ਇਕੱਠਾ ਕਰਨ ਦਾ ਹੁਕਮ ਦਿੱਤਾ। ਉਸ ਹੁਕਮ ਦੇ ਤਹਿਤ ਕੁਝ ਜਿਹੜਾ ਕੀਮਤੀ ਸਮਾਨ ਸੀ ਉਹਨੂੰ ਇਕੱਠਾ ਕਰ ਲਿਆ ਗਿਆ। ਜਿਹੜਾ ਸਮਾਨ ਅੱਗ ਦੀ ਭੇਟਾ ਕਰਨ ਵਾਲਾ ਸੀ ਤਾਂ ਕਿ ਦੁਸ਼ਮਣ ਦੇ ਹੱਥ ਨਾ ਆਵੇ, ਉਹਨੂੰ ਅਗਨ ਭੇਟ ਕਰ ਦਿੱਤਾ। ਜਿਵੇਂ 2 ਤੋਪਾਂ ਸਨ ਉਹਨਾਂ ਨੂੰ ਪਾਣੀ ਵਿੱਚ ਡੋਬਿਆ ਗਿਆ। ਉਹਨਾਂ ਵਿੱਚੋਂ ਇੱਕ ਤੋਪ ਅੱਜ ਵੀ ਆਪਾਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਨਾਮ ਉੱਤੇ ਬਣੇ ਹੋਏ ਅਜਾਇਬ ਘਰ ਵਿੱਚ ਦੇਖੀਏ ਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਤਿਆਰੀ ਹੋ ਗਈ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 6 ਪੋਹ ਦੀ ਰਾਤ ਨੂੰ, ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ, ਇਹ ਸਾਰਾ ਜਿਹੜਾ ਹਜੂਮ ਸੀ ਸੰਗਤਾਂ ਦਾ, ਉਹਨਾਂ ਨੂੰ ਹੁਕਮ ਕੀਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ, ਜਿੱਥੇ ਮਹਾਰਾਜ ਦੇ ਸ਼ੀਸ਼ ਦਾ ਸੰਸਕਾਰ ਹੋਇਆ ਸੀ, ਉਧਰ ਨੂੰ ਚਾਲੇ ਪਾਉਣ ਲਈ ਮਹਾਰਾਜ ਨੇ ਹੁਕਮ ਕੀਤਾ। ਇਹ ਸਾਰੀਆਂ ਸੰਗਤਾਂ ਦਾ ਇਕੱਠ ਉੱਥੇ ਪਹੁੰਚਿਆ। ਮਹਾਰਾਜ ਨੇ ਪਵਿੱਤਰ ਉਸ ਅਸਥਾਨ ਦੇ ਉੱਤੇ ਆਪ ਖਲੋ ਕੇ ਅਨੰਦਪੁਰ ਸਾਹਿਬ ਤੋਂ ਵਿਦਾਇਗੀ ਦੇ ਲਈ ਅਰਦਾਸ ਕੀਤੀ। ਇਤਿਹਾਸਕਾਰ ਕਹਿੰਦੇ ਨੇ ਸਾਹਿਬਾਂ ਨੇ 3 ਪਰਿਕਰਮਾਂ ਕੀਤੀਆਂ। ਉਸ ਤੋਂ ਬਾਅਦ ਆਵਾਜ਼ ਮਾਰੀ ਸੰਗਤ ਦੇ ਅੰਦਰ ਕਿ ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਲਈ ਕੋਈ ਅੱਗੇ ਆਏਗਾ। ਚੁੱਪ ਸਨ ਸਾਰੇ। ਪਰ ਕਹਿੰਦੇ ਜਦੋਂ ਤੀਸਰੀ ਵਾਰੀ ਆਵਾਜ਼ ਮਾਰੀ, ਇੱਕ ਗੁਰਬਖਸ਼ ਸਿੰਘ ਉਦਾਸੀ ਮਹਾਤਮਾ, ਬੜਾ ਭਜਨੀਕ, ਉਹ ਉੱਠ ਕੇ ਖੜਾ ਹੋ ਗਿਆ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਇਸ ਅਸਥਾਨ ਦੀ ਸੇਵਾ ਸੰਭਾਲ ਕਰਾਂਗਾ, ਪਰ ਮਹਾਰਾਜ ਜੀ ਮੈਂ ਇਕੱਲਾ ਕਿਵੇਂ ਕਰਾਂਗਾ, ਦੂਸਰਾ ਇੱਥੇ ਮੈਨੂੰ ਦੁੱਖ ਬਹੁਤ ਆਉਣਗੇ। ਸਤਿਗੁਰੂ ਉਹਦੀ ਬੇਨਤੀ ਦੇ ਉੱਤੇ ਬੜੇ ਖੁਸ਼ ਹੋਏ। ਮਹਾਰਾਜ ਨੇ ਉਹਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਮੁਖਾਰਬਿੰਦ ਵਿੱਚੋਂ ਬਚਨ ਕੀਤੇ ਕਿ ਤੁਸੀਂ ਇੱਥੇ ਸ਼ਰਧਾ ਭਾਵਨਾ ਨਾਲ ਗੁਰੂ ਪਿਤਾ ਜੀ ਦੇ ਪਵਿੱਤਰ ਸਥਾਨ ਦੀ ਸੇਵਾ ਕਰਿਓ। ਉਦਾਸੀ ਜੀ, ਤੁਹਾਨੂੰ ਕੋਈ ਦੁੱਖ ਨਹੀਂ ਵਿਆਪੇਗਾ ਤੇ ਤੁਹਾਡਾ ਗੁਜਰਾਨ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸੋਹਣਾ ਚੱਲਦਾ ਰਹੇਗਾ। ਇਸ ਤਰ੍ਹਾਂ ਨਾਲ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਸਾਰੀਆਂ ਸੰਗਤਾਂ ਨੂੰ ਫਿਰ ਹੁਕਮ ਕੀਤਾ ਕੀਰਤਪੁਰ ਸਾਹਿਬ ਵੱਲ ਚਾਲੇ ਪਾਉਣ ਦਾ। ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਦਾ ਫਾਸਲਾ ਤਕਰੀਬਨ 5 ਮੀਲ ਹੈ। ਜਦੋਂ ਸਤਿਗੁਰੂ ਜੀ ਦੇ ਹੁਕਮਾਂ ਦੇ ਸਦਕਾ ਇਹ ਸਾਰੀਆਂ ਸੰਗਤਾਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਤੁਰੀਆਂ। ਇੱਕ ਕਿਆਸ ਕਰ ਸਕਦੇ ਹਾਂ ਆਪਾਂ, ਆਨੰਦਾਂ ਦੀ ਪੁਰੀ ਮਾਨੋ ਕਲਗੀਧਰ ਪਿਤਾ ਬਾਜਾਂ ਵਾਲੀ ਸੱਚੀ ਸਰਕਾਰ ਨੂੰ ਆਵਾਜ਼ਾਂ ਮਾਰ ਕੇ ਕਹਿ ਰਹੀ ਹੈ, ਮੇਰੇ ਪ੍ਰੀਤਮਾ ਮੈਨੂੰ ਛੱਡ ਕੇ ਕਿੱਥੇ ਜਾ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਕਹਿ ਰਹੀ ਹੈ, ਮਹਾਰਾਜ ਜੀ ਦੁਬਾਰਾ ਕਦੋਂ ਚਰਨ ਪਾਉਂਗੇ। ਪਰ ਸੱਚੇ ਪਾਤਸ਼ਾਹ ਨੇ ਆਖਰੀ ਫਤਿਹ ਬੁਲਾਈ ਅਨੰਦਪੁਰ ਸਾਹਿਬ ਨੂੰ। ਉਸ ਤੋਂ ਬਾਅਦ ਕਦੇ ਬਾਜਾਂ ਵਾਲੇ ਸੱਚੀ ਸਰਕਾਰ ਨੇ ਇੱਥੇ ਆਪਣੇ ਚਰਨ ਨਹੀਂ ਪਾਏ। ਮਹਾਰਾਜ ਨੇ ਚਾਲੇ ਪਾਏ। ਅੱਗੇ ਅੱਗੇ ਸਤਿਗੁਰੂ ਮਹਾਰਾਜ ਜੀ ਚੱਲ ਰਹੇ ਹਨ। 500 ਸਿੰਘਾਂ ਦਾ ਇਤਿਹਾਸਕਾਰਾਂ ਮੁਤਾਬਕ ਇਹ ਕਾਫਲਾ ਜਾ ਰਿਹਾ ਹੈ, ਜਿਹਦੇ ਵਿੱਚ ਅਗਵਾਈ ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਈਸ਼ਰ ਸਿੰਘ ਜੀ, ਭਾਈ ਮਿਲਖਾ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਰ ਰਹੇ ਨੇ। ਫਿਰ ਉਸ ਤੋਂ ਬਾਅਦ ਇਸ ਕਾਫਲੇ ਦੇ ਵਿੱਚ ਬਜ਼ੁਰਗ ਸਨ, ਬਜ਼ੁਰਗ ਮਰਦ ਤੇ ਔਰਤਾਂ, ਬੱਚੇ ਵੀ ਸਨ। ਫਿਰ ਪਿੱਛੇ ਕਾਫਲਾ ਆ ਰਿਹਾ ਸੀ ਜਿਹਦੀ ਅਗਵਾਈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਕਰ ਰਹੇ ਸਨ। ਉਸ ਤੋਂ ਪਿੱਛੇ ਕੁਝ ਘੋੜੇ ਸਨ, ਕੁਝ ਗੱਡੇ ਸਨ, ਜਿਨ੍ਹਾਂ ਉੱਤੇ ਕੁਝ ਲੜੀਂਦਾ ਸਵਾਨ ਲੱਦਿਆ ਹੋਇਆ ਸੀ। ਇਸ ਤਰ੍ਹਾਂ ਚੱਲਦਿਆਂ ਇਹ ਕਾਫਲਾ ਸਾਰਾ ਸੁਖ ਸ਼ਾਂਤੀ ਦੇ ਨਾਲ ਕੀਰਤਪੁਰ ਸਾਹਿਬ ਪਹੁੰਚਿਆ। ਕੀਰਤਪੁਰ ਸਾਹਿਬ ਵੱਡੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਥਾਨ ਦੇ ਉੱਤੇ ਮਹਾਰਾਜ ਨੇ ਸਿਜਦਾ ਕੀਤਾ ਔਰ ਨਮਸਕਾਰ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਉੱਥੋਂ ਅੱਗੇ ਕੀਰਤਪੁਰ ਸਾਹਿਬ ਤੋਂ ਨਿਰਮੋਹਗੜ੍ਹ ਦੀ ਪਹਾੜੀ ਵੱਲ ਨੂੰ ਹੋ ਤੁਰੇ ਨੇ। ਮਹਾਰਾਜ ਜਦੋਂ ਨਿਰਮੋਹਗੜ੍ਹ ਦੀ ਪਹਾੜੀ ਤੇ ਗਏ ਹਨ, ਉੱਥੇ ਸਾਧ ਸੰਗਤ ਇਤਿਹਾਸ ਵਿੱਚ ਲਿਖਦੇ ਨੇ, ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹਨਾਂ ਦੇ ਬਚਨ ਨੇ, ਕੀਰਤਪੁਰ ਕੋ ਉਲੰਘ ਕੈ ਪੁਨ ਆਏ ਨਿਰਮੋਹ, ਮੁਗਲ ਪਠਾਨਣ ਆਏ ਕੈ ਲਰੇ ਲਖਿਓ ਤਪ ਧਰੋਹ। ਉਸ ਵਕਤ ਚੁੱਕੀਆਂ ਹੋਈਆਂ ਕਸਮਾਂ ਤੇ ਵਾਅਦੇ ਸਭ ਤੋੜ ਕੇ, ਸਭ ਕੁਝ ਭੁੱਲ ਕੇ, ਆਪਣੀ ਜ਼ਬਾਨ ਤੋਂ ਫਿੱਕੇ ਪੈ ਚੁੱਕੇ ਇਹ ਮੁਗਲ ਪਠਾਨ ਤੇ ਪਹਾੜੀ ਰਾਜਿਆਂ ਨੇ ਹਮਲਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਕਰ ਦਿੱਤਾ। ਇੱਥੋਂ ਮਹਾਰਾਜ ਨੇ ਫਿਰ ਸਾਧ ਸੰਗਤ ਅੱਗੇ ਸ਼ਾਹੀ ਟਿੱਬੀ ਵੱਲ ਨੂੰ ਆਪਣੇ ਚਰਨ ਵਧਾਏ ਤੇ ਕਵੀ ਸੈਨਾਪਤੀ ਜੀ ਦੇ ਬੋਲ ਹਨ ਇਤਿਹਾਸ ਵਿੱਚ ਲਿਖੇ ਹੋਏ ਸ੍ਰੀ ਗੁਰਸੋਭਾ ਦੇ ਅੰਦਰ। ਉਹ ਲਿਖਦੇ ਹਨ ਕਵੀ ਸੈਨਾਪਤੀ ਜੀ ਕੇ, ਸ਼ਾਹੀ ਟਿੱਬੀ ਆਨ ਕੈ ਖੜੇ ਭਏ ਤਿਹ ਥਾਨ, ਰਾਜਾ ਅਰ ਤੁਰਕਾਨ ਸਭ ਨਿਕਟ ਪਹੁੰਚੇ ਆਨ। ਫੌਜਾਂ ਬਹੁਤ ਨੇੜੇ ਆ ਗਈਆਂ। ਫਿਰ ਕਹਿੰਦੇ ਨੇ, ਉਦੈ ਸਿੰਘ ਲਸ਼ਕਰ ਕੈ ਲਲਕਾਰ ਕੈ, ਵਾਹਿਗੁਰੂ ਉਦੈ ਸਿੰਘ ਲਲਕਾਰ ਕੈ, ਖੁਸ਼ੀ ਕਰੀ ਕਰਤਾਰ
ਸਫਲ ਜਨਮ ਇਹ ਭਾਂਤ ਕਹਿ, ਦੂਤਨ ਕਰੂੰ ਸੰਘਾਰੋ। ਭਾਈ ਸਾਹਿਬ ਭਾਈ ਉਦੈ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ, ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜਿਹੜੇ ਗੁਰੂ ਮਹਾਰਾਜ ਦੇ ਬਹੁਤ ਸ਼ਰਧਾਲੂ ਸਿੱਖ ਸਨ। ਭਾਈ ਉਦੈ ਸਿੰਘ ਜੀ ਇੰਨੇ ਬਹਾਦਰ ਸਨ ਕਿ ਉਹਨਾਂ ਨੇ ਇੱਕ ਵਾਰ ਸ਼ੇਰ ਦਾ ਆਪ ਹੱਥੀਂ ਉਹਨਾਂ ਨੇ ਇੱਕ ਵਾਰ ਸ਼ਿਕਾਰ ਵੀ ਕੀਤਾ ਸੀ। ਬੜੇ ਬਹਾਦਰ ਸੂਰਮੇ ਸਨ। ਭਾਈ ਉਦੈ ਸਿੰਘ ਨੂੰ ਕਲਗੀਧਰ ਪਿਤਾ ਨੇ ਆਪਣਾ ਜੋੜਾ ਜਾਮਾ ਪਹਿਨਾਇਆ ਤੇ ਗਰੀਬ ਨਵਾਜ ਨੇ ਆਪਣੇ ਨਾਲ ਉਹਨਾਂ ਨੂੰ ਆਪਣੇ ਵੱਲੋਂ 50 ਸਿੰਘ ਦਿੱਤੇ ਕਿ ਤੁਸੀਂ ਇੱਥੇ ਸ਼ਾਹੀ ਟਿੱਬੀ ਦੇ ਉੱਤੇ ਲੜ ਕੇ ਸ਼ਹਾਦਤ ਦਾ ਜਾਮ ਪੀਣਾ ਹੈ। ਭਟਵਈਆਂ ਜੇ ਬਚਨ ਲਿਖਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਪਿੱਛੇ ਅਜੀਤ ਸਿੰਘ ਜੀ ਆ ਰਹੇ ਨੇ, ਸਾਹਿਬਜ਼ਾਦਾ ਜੀ। ਉਹ ਬਾਬਾ ਬੁੱਢਾ ਸਿੰਘ ਲਿਖਿਆ ਇਤਿਹਾਸ ਵਿੱਚ, ਇਹੋ ਜਿਹੇ ਸਿੱਖਾਂ ਦੇ ਨਾਲ ਆ ਰਹੇ ਨੇ। ਤੇ ਬਾਬਾ ਅਜੀਤ ਸਿੰਘ ਨੂੰ ਭਾਈ ਉਦੈ ਸਿੰਘ ਜੀ ਤੁਸੀਂ ਇਹ ਕਹਿਣਾ ਹੈ ਕਿ ਤੁਸੀਂ ਇੱਥੇ ਨਹੀਂ ਲੜਨਾ, ਤੁਹਾਡਾ ਟਿਕਾਣਾ ਅੱਗੇ ਹੈ। ਭਟਵਈਆਂ ਜੇ ਬਚਨ ਲਿਖਿਆ, ਮਹਾਰਾਜ ਨੇ ਆ ਬਚਨ ਆਖਿਆ ਤੇ ਨਾਲ ਇਹ ਕਿਹਾ ਕਿ ਭਾਈ ਉਦੈ ਸਿੰਘ ਜੀ ਤੁਸੀਂ ਇੱਥੇ ਸ਼ਹਾਦਤ ਦਾ ਜਾਮ ਪੀਣਾ, ਗੁਰੂ ਤੁਹਾਡੇ ਅੰਗ ਸੰਗ ਹੋਵੇਗਾ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਭਾਈ ਉਦੈ ਸਿੰਘ ਜੀ ਨੇ ਜੰਗ ਕੀਤੀ ਹੈ। ਭਾਈ ਉਦੈ ਸਿੰਘ ਜੀ ਬਹੁਤ ਬਹਾਦਰ ਸਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਨੰਦਪੁਰ ਸਾਹਿਬ ਕੇਸਰੀ ਚੰਦ ਦਾ ਸਿਰ ਵੱਢ ਕੇ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਆਪਣੇ ਅਰਪਣ ਕੀਤਾ ਸੀ। ਜਦੋਂ ਜੰਗ ਸ਼ੁਰੂ ਹੋਇਆ ਤੇ ਜਿਹੜਾ ਕਮਾਂਡਰ ਰੁਸਤਮ ਖਾਨ ਹੈ, ਉਹਦਾ ਪਹਿਲੇ ਹੱਲੇ ਦੇ ਵਿੱਚ ਹੀ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੇ ਸਿਰ ਵੱਢ ਦਿੱਤਾ। ਬੜਾ ਹਮਲਾ ਕਰੜਾ ਕੀਤਾ, ਬਹੁਤ ਜੀ ਹੂਲ ਕੇ ਲੜੇ ਤੇ ਸਾਧ ਸੰਗਤ ਇਹ ਜਿਹੜੀ ਲੜਾਈ ਹੈ 12 ਘੜੀਆਂ, ਮਤਲਬ ਤਕਰੀਬਨ ਕਹਿ ਲਓ 5 ਘੰਟੇ ਦਾ ਲੰਮਾ ਸਮਾਂ ਚੱਲਦੀ ਰਹੀ ਹੈ। ਕਿੰਨੀ ਬਹਾਦਰੀ ਨਾਲ ਕਿੰਨਾ ਲੰਮਾ ਸਮਾਂ ਭਾਈ ਸਾਹਿਬ ਜੀ ਲੜੇ। ਇਸ ਤਰ੍ਹਾਂ ਨਾਲ ਗੁਰੂ ਨੂੰ ਨਾ ਵਿਸਾਰਿਆ ਮੈਦਾਨੀ ਜੰਗ ਦੇ ਵਿੱਚ ਤੇ ਸਦਾ ਲਈ ਆਪਣੇ ਜੀਵਨ ਦੀ ਆਹੂਤੀ ਦੇ ਦਿੱਤੀ। ਗੁਰੂ ਕਰਦਿਆਂ ਮੈਦਾਨੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਭਾਈ ਉਦੈ ਸਿੰਘ ਜੀ ਦਾ ਸਿਰ ਵੱਢ ਕੇ ਪੇਸ਼ ਕੀਤਾ ਗਿਆ। ਬੜਾ ਮੁਗਲਾਂ ਨੇ ਖੁਸ਼ੀ ਮਨਾਈ ਕਿਉਂਕਿ ਜੋੜਾ ਜਾਮਾ ਕਲਗੀਧਰ ਪਿਤਾ ਨੇ ਦਿੱਤਾ ਹੋਇਆ ਸੀ, ਇਸ ਲਈ ਭੁਲੇਖਾ ਪੈ ਗਿਆ। ਪਰ ਜਦੋਂ ਇਹ ਭੁਲੇਖਾ ਦੂਰ ਹੋਇਆ ਤੇ ਦੁਸ਼ਮਣ ਬਹੁਤ ਪਛਤਾਇਆ। ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੋਂ ਹੀ ਸ਼ਾਹੀ ਟਿੱਬੀ ਤੋਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਤੋਰਿਆ ਸੀ। ਉਹਨਾਂ ਨੂੰ ਆਖਿਆ ਸੀ ਵੀ ਜਿਹੜੀ ਸਰਹੰਦ ਵੱਲੋਂ ਫੌਜ ਆ ਰਹੀ ਹੈ, ਉਹ ਫੌਜ ਨੂੰ ਤੁਸੀਂ ਰੋਪੜ ਵਾਲੇ ਬੰਨੇ ਜਾ ਕੇ ਅੱਗੋਂ ਡਟ ਕੇ ਰੋਕਣਾ ਹੈ। ਫਿਰ ਮਹਾਰਾਜ ਸ਼ਾਹੀ ਟਿੱਬੀ ਤੋਂ ਚੱਲਦੇ ਹੋਏ ਸਰਸਾ ਵੱਲ ਨੂੰ ਮਹਾਰਾਜ ਨੇ ਚਾਲੇ ਪਾਏ। ਜਿਹੜਾ ਕੀਰਤਪੁਰ ਸਾਹਿਬ ਹੈ ਪਵਿੱਤਰ ਸਥਾਨ, ਉੱਥੋਂ ਸਾਧ ਸੰਗਤ ਸਰਸਾ ਤਕਰੀਬਨ 6 ਮੀਲ ਦੀ ਦੂਰੀ ਦੇ ਉੱਤੇ ਹੈ। ਮਹਾਰਾਜ ਨੇ ਸ਼ਾਹੀ ਟਿੱਬੀ ਤੋਂ ਚਾਲੇ ਪਾਏ ਤੇ ਗਰੀਬ ਨਵਾਜ ਜੀ ਇਸ ਤਰ੍ਹਾਂ ਨਾਲ ਚੱਲਦਿਆਂ ਸਾਧ ਸੰਗਤ ਸਰਸਾ ਦੇ ਕਿਨਾਰੇ ਉੱਤੇ ਪਹੁੰਚ ਗਏ। ਸਰਸਾ ਦੇ ਕਿਨਾਰੇ ਪਹੁੰਚ ਕੇ ਮਹਾਰਾਜ ਸਾਹਿਬ ਨੇ ਅੰਮ੍ਰਿਤ ਵੇਲਾ ਹੋ ਗਿਆ, ਇਹ ਮਾਲਕ ਦੀਆਂ ਮਾਲਕ ਜਾਣੇ, ਜਾਂ ਇਉਂ ਕਹਿ ਸਕਦੇ ਆ ਉਹਦੀਆਂ ਉਹ ਜਾਣੇ, ਅਸੀਂ ਕਿਰਮ ਜੰਤ ਕੀ ਜਾਣੀਏ। ਉੱਥੇ ਬੈਠੇ ਹੋਏ ਨੇ ਮਹਾਰਾਜ ਜੀ ਅੰਮ੍ਰਿਤ ਵੇਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਆਪਣੇ ਨਾਲ ਸੰਗਤਾਂ ਨੂੰ ਲੈ ਕੇ ਬੈਠੇ ਨੇ ਤੇ ਪਿੱਛੇ ਜੰਗ ਹੋ ਰਿਹਾ ਬਹੁਤ ਵੱਡਾ। ਸਾਧ ਸੰਗਤ ਮਹਾਰਾਜ ਸਾਹਿਬ ਨੇ ਜਦੋਂ ਥੋੜਾ ਦਿਨ ਦਾ ਚੜਾਅ ਹੋਣ ਲੱਗਾ ਇਤਿਹਾਸਕਾਰਾਂ ਮੁਤਾਬਕ, ਫਿਰ ਸਰਸਾ ਨੂੰ ਪਾਰ ਕਰਨ ਦਾ ਹੁਕਮ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਸਰਸਾ ਦੇ ਵਿੱਚ ਥੋੜਾ ਜਿਹਾ ਠਿਲਣ ਤੋਂ ਬਾਅਦ ਵਾਪਸ ਮੁੜ ਕੇ ਬਹੁਤ ਤੀਰ ਮਾਰੇ, ਜਿਹਦੇ ਨਾਲ ਵੱਡੇ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰਿਆ। ਸਰਸਾ ਦੇ ਕਿਨਾਰੇ ਬੜਾ ਭਿਆਨਕ ਯੁੱਧ ਹੋਇਆ ਹੈ। ਜਦੋਂ ਸਰਸਾ ਨੂੰ ਪਾਰ ਕਰਨ ਲੱਗੀਆਂ ਹਨ ਗੁਰੂ ਕੀਆਂ ਸੰਗਤਾਂ, ਗੁਰੂ ਕੇ ਜੋਧੇ, ਗੁਰੂ ਕਾ ਖਾਲਸਾ, ਗੁਰੂ ਮਹਾਰਾਜ ਦੇ ਹੁਕਮਾਂ ਦੇ ਨਾਲ, ਉਸ ਵਕਤ ਕੁਝ ਤੇ ਤਰਕੇ ਪਾਰ ਲੰਘ ਗਏ। ਸਰਸਾ ਚੜੀ ਹੋਈ ਸੀ, ਪਾਣੀ ਬਹੁਤ ਜ਼ਿਆਦਾ ਠੰਡਾ ਸੀ ਜਿਹੜਾ ਹੱਥਾਂ ਪੈਰਾਂ ਨੂੰ ਸੁੰਨ ਕਰ ਦਵੇ, ਤੇ ਕੁਝ ਨਾ ਤਰ ਸਕੇ ਤੇ ਸਾਧ ਸੰਗਤ ਸਰਸਾ ਉਹਨਾਂ ਨੂੰ ਰੋੜ ਕੇ ਲੈ ਗਈ, ਕੁਝ ਨੂੰ ਦੂਰ ਲੈ ਗਈ, ਕੁਝ ਪਾਣੀ ਵਿੱਚ ਰੁੜ ਗਏ, ਕੁਝ ਸ਼ਹਾਦਤ ਦਾ ਜਾਮ ਪੀ ਗਏ, ਕੁਝ ਪਾਰ ਲੰਘ ਗਏ। ਜਿਹੜੇ ਪਾਰ ਲੰਘੇ ਨੇ ਉਹਨਾਂ ਦੇ ਵਿੱਚ ਧੰਨ ਗੁਰੂ ਕਲਗੀਧਰ ਪਿਤਾ ਜੀ ਤੇ ਵੱਡੇ ਸਾਹਿਬਜ਼ਾਦਾ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਤੇ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ, ਔਰ
ਇਸ ਤੋਂ ਇਲਾਵਾ ਇੱਥੇ ਪਰਿਵਾਰ ਵਿਛੋੜਾ ਹੋਇਆ ਇਸ ਜਗ੍ਹਾ ਦੇ ਉੱਪਰ। ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਇਸ ਗੱਲ ਦੀ ਹਾਮੀ ਭਰਦਾ ਹੈ। ਇੱਥੇ ਸਾਧ ਸੰਗਤ ਪਰਿਵਾਰ 3 ਭਾਗਾਂ ਵਿੱਚ ਵੰਡਿਆ ਗਿਆ। ਇੱਕ ਬੰਨੇ ਕਲਗੀਧਰ ਪਿਤਾ ਮਹਾਰਾਜ ਨੇ, ਉਹਨਾਂ ਦੇ ਨਾਲ 2 ਵੱਡੇ ਸਾਹਿਬਜ਼ਾਦੇ ਹਨ ਤੇ ਤਕਰੀਬਨ ਉਹਨਾਂ ਦੇ ਨਾਲ ਗਿਣਤੀ ਦੇ 40 ਕੁ ਖਾਲਸੇ ਹਨ। ਦੂਸਰੇ ਹਿੱਸੇ ਦੇ ਵਿੱਚ ਗੁਰੂ ਮਹਾਰਾਜ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਤਕਰੀਬਨ ਉਮਰ ਮਾਤਾ ਜੀ ਦੀ 36 ਸਾਲ ਇਤਿਹਾਸਕਾਰਾਂ ਮੁਤਾਬਕ ਬਣਦੀ ਹੈ। ਦੂਸਰੇ ਮਾਤਾ ਜੀ ਮਾਤਾ ਸਾਹਿਬ ਕੌਰ, ਔਰ ਉਹਨਾਂ ਦੇ ਨਾਲ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ। 2 ਸੇਵਕਾਂ 2 ਦਾਸੀਆਂ ਦਾ ਜ਼ਿਕਰ ਆਉਂਦਾ ਹੈ, ਬੀਬੀ ਭਾਗੋ ਜੀ ਤੇ ਬੀਬੀ ਬੀਬੋ ਜੀ। 2 ਹੋਰ ਸੇਵਕ ਸਨ ਜਿਨ੍ਹਾਂ ਦੇ ਨਾਂ ਇਤਿਹਾਸ ਵਿੱਚ ਲਿਖੇ ਨੇ, ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ ਜੀ। ਭਾਈ ਧੰਨਾ ਸਿੰਘ ਜੀ ਦੇ ਬਹੁਤ ਐਤਬਾਰ ਵਾਲੇ ਤੇ ਗੁਰੂ ਕੇ ਸ਼ਰਧਾਲੂ ਉਹਨਾਂ ਦੇ ਰਿਸ਼ਤੇਦਾਰ ਸਨ ਰੋਪੜ। ਇਸ ਲਈ ਉੱਥੇ ਲੈ ਕੇ ਗਏ ਮਾਤਾਵਾਂ ਨੂੰ। 1 ਰਾਤ ਰੋਪੜ ਕੱਟੀ ਹੈ ਮਾਤਾਵਾਂ ਨੇ ਪਰਿਵਾਰ ਵਿਛੋੜੇ ਤੋਂ ਬਾਅਦ। ਪਰ ਜਿਹੜੀ ਉਹ ਰਾਤ ਕੱਟੀ ਹੈ ਆਪਾਂ ਕਿਆਸ ਕਰ ਸਕਦੇ ਹਾਂ, ਮਾਤਾਵਾਂ ਲਈ ਸੌਖੀ ਨਹੀਂ ਲੰਘੀ। ਇੱਕ ਬੰਨੇ ਯਾਦ ਆਉਂਦੀ ਹੈ ਸੱਸ ਮਾਂ ਜਿਹੜੀ ਰੱਬ ਦੀ ਮੂਰਤ ਹੈ, ਤੇ ਦੂਸਰੇ ਬੰਨੇ ਪਿਤਾ ਵਾਹਿਗੁਰੂ ਪਤੀ ਪਰਮੇਸ਼ਰ ਯਾਦ ਆਉਂਦਾ ਹੈ। ਉਹਨਾਂ ਦੀ ਸੇਵਾ ਵਿੱਚ ਕੌਣ ਹਾਜ਼ਰ ਹੋਵੇਗਾ, ਕਿੱਥੇ ਹੋਣਗੇ ਸਾਹਿਬਜ਼ਾਦੇ, ਕਿੱਥੇ ਹੋਣਗੇ। ਆਨੰਦਪੁਰ ਸਾਹਿਬ ਤੋਂ ਜਦੋਂ ਚਾਲੇ ਪਾਏ ਹਨ ਤੇ ਆਨੰਦਪੁਰ ਸਾਹਿਬ ਤੋਂ ਜਿਹੜੀਆਂ ਮੁਸ਼ਕਲਾਂ ਵਿੱਚੋਂ ਲੰਘੇ ਹਨ, ਕਿਸ ਤਰ੍ਹਾਂ ਕਸਮਾਂ ਦੇ ਵਾਅਦੇ ਤੋੜ ਕੇ ਮੁਗਲ ਪਠਾਣਾ ਨੇ, ਮੁਗਲਿਆ ਹਕੂਮਤ ਨੇ, ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ। ਔਰ ਛੋਟੇ ਸਾਹਿਬਜ਼ਾਦੇ ਗੁਰੂ ਕੇ ਛੋਟੇ ਲਾਲ ਕਿੱਥੇ ਹੋਣਗੇ। ਇਹਨਾਂ ਫਿਕਰਾਂ ਦੇ ਵਿੱਚ ਸਾਰੀ ਰਾਤ ਲੰਘੀ, ਪਰ ਆਰਾਮ ਨਹੀਂ ਮਿਲਿਆ ਮਾਤਾਵਾਂ ਨੂੰ। ਅਗਲੇ ਦਿਨ ਗੁਰੂ ਕੇ ਦੋਵੇਂ ਮਹਿਲਾਂ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੜੀ ਇਮਾਨਦਾਰੀ ਦੇ ਨਾਲ ਤੇ ਸੇਵਾ ਭਾਵਨਾ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਬਟਾ ਕੇ ਭੇਸ ਤੇ ਗੱਡੀਆਂ ਦੇ ਉੱਪਰ ਦਿੱਲੀ ਨੂੰ ਲੈ ਕੇ ਗਏ ਨੇ। ਜਿਹੜੇ ਭਾਈ ਜਵਾਹਰ ਸਿੰਘ ਸਨ ਉਹਨਾਂ ਦਾ ਘਰ ਦਿੱਲੀ ਸੀ, ਉੱਥੇ ਜਾ ਕੇ ਫਿਰ ਟਿਕਾਣਾ ਕੀਤਾ ਹੈ। ਕਿ ਫਿਰ ਮਾਤਾਵਾਂ ਉਦੋਂ ਆ ਕੇ ਮਿਲੀਆਂ ਨੇ ਪਤੀ ਪਰਮੇਸ਼ਰ ਕਲਗੀਧਰ ਪਿਤਾ ਮਹਾਰਾਜ ਨੂੰ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਧਾਰੇ ਨੇ। ਇਸ ਤਰ੍ਹਾਂ ਨਾਲ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਅੱਗੇ ਚੱਲ ਪਏ। ਰੋਪੜ ਵੱਲ ਨੂੰ ਮੁੱਖ ਕਰਕੇ ਜਦੋਂ ਸਾਹਿਬ ਚੱਲੇ ਹਨ ਤੇ ਅੱਗੇ ਸੱਚੇ ਪਾਤਸ਼ਾਹ ਜੀ ਕੋਟਲਾ ਨਿਹੰਗ ਖਾਂ, ਪਿੰਡ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਗਏ। ਜਿਹੜਾ ਇਹ ਨਿਹੰਗ ਖਾਂ ਹੈ, ਇਹਦਾ ਪਿੱਛੋਂ ਤੋਂ ਗੁਰੂ ਘਰ ਦੇ ਨਾਲ ਬਹੁਤ ਪ੍ਰੇਮ ਹੈ, ਪੀੜ੍ਹੀ ਦਰ ਪੀੜ੍ਹੀ। ਇਤਿਹਾਸ ਵਿੱਚ ਲਿਖਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ 52 ਰਾਜਿਆਂ ਨੂੰ ਰਿਹਾ ਕਰਨ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਆਏ। ਅੰਮ੍ਰਿਤਸਰ ਸਾਹਿਬ ਤੋਂ ਕੀਰਤਪੁਰ ਸਾਹਿਬ ਆਏ ਤੇ ਕੀਰਤਪੁਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੌਧਰੀ, ਇਹ ਜਿਹੜਾ ਨਿਹੰਗ ਖਾਂ ਹੈ ਇਹਦੇ ਦਾਦਾ ਜੀ ਚੌਧਰੀ ਸ਼ਮਸ਼ ਖਾਨ ਨੂੰ ਆ ਕੇ ਮਿਲੇ ਸਨ, ਉਹਦੇ ਕੋਲ ਰਹੇ ਸਨ। ਇਸ ਤਰ੍ਹਾਂ ਨਾਲ ਇਹ ਜਿਹੜਾ ਨਿਹੰਗ ਖਾਂ ਹੈ, ਇਹ ਨਿਹੰਗ ਖਾਂ ਲਿਖਿਆ ਮਿਲਦਾ 1694 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪਣੀ ਬੇਗਮ ਨਸੀਰਾਂ ਦੇ ਨਾਲ ਤੇ ਆਪਣੇ ਪੁੱਤਰ ਆਲਮ ਖਾਨ ਦੇ ਨਾਲ ਤੇ ਆਪਣੀ ਧੀ ਨੂੰ ਲੈ ਕੇ, ਮੁਮਤਾਜ ਨੂੰ ਲੈ ਕੇ ਅਨੰਦਪੁਰ ਸਾਹਿਬ ਆਇਆ ਸੀ। ਔਰ ਇਹ ਪਿੱਛੋਂ ਤੋਂ ਸਾਂਝ ਸੀ। ਸੱਚੇ ਪਾਤਸ਼ਾਹ ਨੇ 3 ਵਾਰ ਇਹਨਾਂ ਦੇ ਘਰ ਦੇ ਅੰਦਰ, ਇਹਨਾਂ ਦੀ ਹਵੇਲੀ ਦੇ ਵਿੱਚ ਚਰਨ ਪਾਏ ਸਨ ਤਕਰੀਬਨ। ਇਹ ਜਦੋਂ ਆਇਆ, ਇਹਦਾ ਜਿਹੜਾ ਕੰਮਕਾਜ ਸੀ ਉਹ ਚੂਨੇ ਦੀਆਂ ਭੱਠੀਆਂ ਲਾਉਣੀਆਂ ਤੇ ਘੋੜਿਆਂ ਦੇ ਵਪਾਰ ਦਾ ਕੰਮ ਸੀ। ਸਤਿਗੁਰੂ ਜੀ ਦੀ ਰੂਹਾਨੀ ਜਿਹੜੇ ਆਨੰਦ ਸੀ ਉਹਦੇ ਤੋਂ ਇਹ ਬੜਾ ਵਾਕਫ ਸੀ। ਇਸ ਕਰਕੇ ਇੱਥੇ ਆਇਆ, ਬੜੀ ਸ਼ਰਧਾ ਦੇ ਨਾਲ ਆ ਕੇ ਸੇਵਾ ਕਰਦਾ ਰਿਹਾ। ਇਹਨੇ ਬੇਨਤੀ ਕੀਤੀ ਸੀ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਮੇਰੇ ਉੱਥੇ ਚਰਨ ਪਾਓ ਆ ਕੇ, ਆ ਜਿਹੜਾ ਸ਼ੋਕਰਾ ਹੈ ਮੇਰਾ ਆਲਮ ਖਾਂ, ਇਹਦੀ ਮੰਗਣੀ ਕਰਨੀ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਆਲਮ ਖਾਂ ਨਿਹੰਗ ਖਾਂ ਦਾ ਜਿਹੜਾ ਪੁੱਤਰ ਹੈ, ਉਹਦੀ ਮੰਗਣੀ ਉੱਤੇ ਆਨੰਦਪੁਰ ਸਾਹਿਬ ਦੇ ਵਾਲੀ ਪਹਿਲਾਂ ਜਾ ਕੇ ਆਏ ਸਨ, ਕੋਟਲਾ ਨਿਹੰਗ ਖਾਂ। ਔਰ ਇਹ ਜਿਹੜੀ ਮੰਗਣੀ ਹੋਈ ਸੀ, ਜਿਹੜਾ ਆਪਾਂ ਇਤਿਹਾਸ ਵਿੱਚ ਵਿਚਾਰਦੇ ਹਾਂ, ਰਾਏ ਕੋਟ ਦਾ ਰਈਸ ਰਾਏ ਕੱਲਾ, ਜਿਹਦੇ ਕੋਲ ਮਹਾਰਾਜ ਨੇ ਬਾਅਦ ਵਿੱਚ ਜਾ ਚਰਨ ਪਾਏ ਨੇ, ਰਾਏ ਕੱਲੇ ਦੀ ਲੜਕੀ ਨਾਲ ਮੰਗਿਆ ਹੋਇਆ ਸੀ ਇਹ ਜਿਹੜਾ ਆਲਮ ਖਾਂ ਹੈ। ਸੱਚੇ ਪਾਤਸ਼ਾਹ ਜੀ ਗਏ ਸਨ ਇਸ ਮੰਗਣੀ ਦੇ ਉੱਪਰ
ਇਸ ਤਰ੍ਹਾਂ ਸਾਧ ਸੰਗਤ ਇਹ ਜਿਹੜਾ ਇੱਥੇ ਹੀ ਬਸ ਨਹੀਂ, ਇਹ ਜਿਹੜਾ ਚੌਧਰੀ ਨਿਹੰਗ ਖਾਂ ਹੈ, ਇਹਦੀ ਭੂਆ ਦੇ ਦੋਵੇਂ ਪੁੱਤਰ ਸਨ, ਜਿਹੜੇ ਗਨੀ ਖਾਂ ਤੇ ਨਬੀ ਖਾਂ ਸਨ। ਦੋਵੇਂ ਇਹਦੇ ਭੂਆ ਦੇ ਪੁੱਤਰ ਸਨ। ਫਿਰ ਜਿਹੜਾ ਰਾਏ ਕੱਲਾ ਰਾਏ ਕੋਟ ਦਾ ਮਾਲਕ ਹੈ, ਕੋਈ ਇਹਦੇ ਨਾਲ ਕੁੜਮਾਚਾਰੀ ਦਾ ਰਿਸ਼ਤਾ ਹੋਇਆ, ਬਲਕਿ ਰਾਏ ਕੱਲੇ ਨੂੰ ਜਾ ਕੇ ਇਹਦੇ ਜਵਾਈ ਆਲਮ ਖਾਨ ਨੇ, ਭਾਵ ਨਿਹੰਗ ਖਾਂ ਦੇ ਪੁੱਤਰ ਨੇ, ਪਹਿਲਾਂ ਸੁਨੇਹਾ ਦਿੱਤਾ ਸੀ ਵੀ ਕਲਗੀਧਰ ਮਹਾਰਾਜ ਆਉਣਗੇ, ਉਹਨਾਂ ਦੀ ਸੇਵਾ ਕਰਨੀ ਹੈ। ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਜੀ ਦੀ ਇਹ ਇੰਨੀ ਵੱਡੀ ਕਿਰਪਾ ਹੋਈ ਹੈ ਕਿ ਇਸਲਾਮ ਦੇ ਵਿੱਚੋਂ ਵੀ ਬਹੁਤ ਸਾਰੇ ਘਰਾਣੇ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਰਹੇ ਨੇ, ਇਹਨਾਂ ਨੇ ਮਾਨੋ ਇਸ ਤਰ੍ਹਾਂ ਨਾਲ ਇੱਕ ਪੂਰਨਾ ਪਾ ਦਿੱਤਾ। ਜਿਵੇਂ ਬਾਣੀ ਦੇ ਵਿੱਚ ਲਿਖਿਆ ਬਚਨ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਇਹਨਾਂ ਬਚਨਾਂ ਨੂੰ ਪੂਰੀਆਂ ਕਰ ਦਿੱਤਾ ਇਹਨਾਂ ਗੁਰਸਿੱਖਾਂ ਨੇ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹਨਾਂ ਨੇ ਸੇਵਾ ਕੀਤੀ ਹੈ ਔਰ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਅਸਲ ਵਿੱਚ ਗੱਲ ਸਮਝਣ ਵਾਲੀ ਇਹ ਹੈ ਵੀ ਮੁਸਲਮਾਨ ਨਹੀਂ ਮਾੜਾ, ਨਾ ਹਿੰਦੂ ਮਾੜਾ ਹੈ। ਕਿਸੇ ਵੀ ਧਰਮ ਦੇ ਵਿੱਚ ਜਨਮਿਆ ਹੋਇਆ ਕੋਈ ਵੀ ਬੰਦਾ ਮਾੜਾ ਜਾਂ ਚੰਗਾ ਨਹੀਂ ਹੁੰਦਾ। ਉਹ ਆਪਣੇ ਕਰਮਾਂ ਦੇ ਮੁਤਾਬਕ ਚੰਗਾ ਜਾਂ ਮਾੜਾ ਹੁੰਦਾ ਹੈ। ਅੱਲਾ ਜਿਹੜੇ ਬਚਨ ਆਖੇ ਨੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ, ਬੜੇ ਪਿਆਰੇ ਨੇ। ਉਹ ਕਹਿੰਦੇ, ਹਿੰਦੂ ਹੈ ਅੱਛੇ ਨਾ ਮੁਸਲਮਾਨ ਹੈ ਅੱਛੇ, ਦਿਲ ਜਿਨ ਕੇ ਹੈ ਅੱਛੇ ਉਹ ਇਨਸਾਨ ਹੈ ਅੱਛੇ। ਕਿਸੇ ਵੀ ਧਰਮ ਦੇ ਵਿੱਚ ਕਿਸੇ ਨੇ ਜਨਮ ਲਿਆ ਹੋਵੇ, ਜਿਹਦਾ ਦਿਲ ਚੰਗਾ ਉਹ ਇਨਸਾਨ ਚੰਗਾ ਹੈ। ਬਾਕੀ ਸਭ ਹੋ ਸਕਦਾ ਦੂਸਰੇ ਜ਼ੁਲਮੀ ਇਨਸਾਨ ਹੋਣ, ਧਰਮ ਦੇ ਨਾਂ ਉੱਤੇ ਜ਼ੁਲਮ ਕਰਦੇ ਹੋਣ। ਮਹਾਰਾਜ ਦੀ ਟੱਕਰ ਜ਼ੁਲਮ ਨਾਲ ਹੈ, ਇਹ ਗੱਲ ਸਮਝਣ ਵਾਲੀ ਹੈ। ਮਹਾਰਾਜ ਦੀ ਕਿਸੇ ਧਰਮ ਦੇ ਨਾਲ ਟੱਕਰ ਨਹੀਂ ਹੈ, ਉਹ ਤੇ ਸਭ ਨੂੰ ਪਿਆਰ ਕਰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਕੋਲ ਅੱਧੀ ਕੁ ਰਾਤ ਦਾ ਵੇਲਾ, ਕਹਿੰਦੇ ਬਾਬਾ ਅਜੀਤ ਸਿੰਘ ਜੀ ਆਏ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆਏ, ਜਿਹੜੇ ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਸ਼ਾਹੀ ਡਿੱਬੀ ਤੋਂ ਤੋਰਿਆ ਸੀ ਰੋਪੜ ਵੱਲ ਨੂੰ। ਭਾਈ ਬਚਿੱਤਰ ਸਿੰਘ ਜੀ ਉੱਥੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ ਤੇ ਜ਼ਖਮੀ ਹਾਲਤ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਭਾਈ ਸਾਹਿਬ ਨੂੰ ਚੁੱਕ ਕੇ ਲਿਆਏ। ਤੇ ਜਦੋਂ ਲਿਆਂਦਾ ਤੇ ਮਹਾਰਾਜ ਨੇ ਉਹਨਾਂ ਦੀ ਗੰਭੀਰ ਹਾਲਤ ਵੇਖੀ ਤੇ ਬਾਬਾ ਅਜੀਤ ਸਿੰਘ ਜੀ ਹੋਰਾਂ ਨੇ ਗੁਰੂ ਪਿਤਾ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜੀ ਪਹਾੜੀਆਂ ਨੇ ਤੇ ਮੁਗਲ ਜਰਨੈਲਾਂ ਨੇ ਹੋਰ ਫੌਜ ਮੰਗਵਾਈ ਸੀ, ਉਹਦੇ ਬਾਰੇ ਸ਼ੱਕ ਪੈ ਰਿਹਾ ਵੀ ਉਹ ਫੌਜ ਵੀ ਦਿਨ ਚੜ੍ਹਦੇ ਨੂੰ ਇੱਧਰ ਆ ਜਾਏਗੀ। ਇਸ ਕਰਕੇ ਮਹਾਰਾਜ ਨੇ ਦਿਨ ਦੇ ਚੜ੍ਹਾਅ ਤੋਂ ਪਹਿਲਾਂ ਕੋਟਲਾ ਨਿਹੰਗ ਖਾਂ ਦੀ ਹਵੇਲੀ ਦੇ ਵਿੱਚੋਂ ਪ੍ਰਸਥਾਨ ਕਰ ਦਿੱਤਾ ਤੇ ਨਿਹੰਗ ਖਾਂ ਨੂੰ ਆਖਿਆ ਵੀ ਇਹ ਭਾਈ ਬਚਿੱਤਰ ਸਿੰਘ ਨੂੰ ਸਾਡਾ ਰੂਪ ਜਾਣ ਕੇ ਤੁਸੀਂ ਸੇਵਾ ਕਰਨੀ ਹੈ। ਪਿਛਲੀ ਕੋਠੜੀ ਦੇ ਵਿੱਚ ਬੜੀ ਹਿਫਾਜ਼ਤ ਦੇ ਨਾਲ ਨਿਹੰਗ ਖਾਂ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਲਟਾ ਕੇ, ਜਿਹੜੇ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਹੋਇਆਂ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਸਨ, ਸੇਵਾ ਆਰੰਭ ਕਰ ਦਿੱਤੀ। ਮਹਾਰਾਜ ਨੇ ਚਾਲੇ ਪਾਏ ਤੇ ਮਹਾਰਾਜ ਨੇ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਇੱਕ ਕਟਾਰ ਤੇ ਇੱਕ ਸ੍ਰੀ ਸਾਹਿਬ ਇਸ ਪਰਿਵਾਰ ਨੂੰ ਸੌਂਪੀ ਤੇ ਨਿਹੰਗ ਖਾਂ ਮਹਾਰਾਜ ਨੂੰ ਰਸਤਾ ਵਿਖਾਉਣ ਵਾਸਤੇ ਗਿਆ ਮਲਕਪੁਰ ਰੰਗੜਾਂ ਤੱਕ। ਇਸ ਤਰ੍ਹਾਂ ਨਾਲ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਅੱਗੇ ਚੱਲ ਪਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਅੱਗੇ ਚੱਲਦਿਆਂ ਹੋਇਆਂ ਗਰੀਬ ਨਵਾਜ਼ ਸਤਿਗੁਰੂ ਜੀ ਇਹ ਬ੍ਰਾਹਮਣ ਮਾਜਰਾ ਪਿੰਡ ਬੂਰ ਮਾਜਰਾ ਉੱਥੇ ਗਏ। ਬੂਰ ਮਾਜਰਾ ਇੱਕ ਖੂਹ ਹੈ, ਉਹ ਖੂਹ ਦੇ ਉੱਤੇ ਮਹਾਰਾਜ ਨੇ ਦਿਨ ਦੇ ਚੜ੍ਹਾਅ ਦੇ ਨਾਲ ਜਲ ਛਕਿਆ, ਮੂੰਹ ਹੱਥ ਧੋਤਾ। ਉੱਥੇ ਇੱਕ ਪ੍ਰੇਮੀ ਆਇਆ, ਉਹਨੇ ਆ ਕੇ ਚਰਨ ਬੰਦਨਾ ਕੀਤੀ। ਉਹਨੇ ਆਖਿਆ, ਮਹਾਰਾਜ ਜੀ ਇੱਧਰ ਨੂੰ ਫੌਜਾਂ ਆ ਰਹੀਆਂ ਨੇ। ਉੱਥੋਂ ਸੱਚੇ ਪਾਤਸ਼ਾਹ ਦੁਗਰੀ ਤੇ ਤਾਲਾਪੁਰ ਪਿੰਡ ਦੇ ਵਿੱਚੋਂ ਦੀ ਹੁੰਦੇ ਹੋਏ ਚਮਕੌਰ ਸਾਹਿਬ ਚਲੇ ਗਏ। ਹੁਣ ਦੂਜੇ ਬੰਨੇ ਜਿਹੜੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਮਰਗ ਬਿਸਤਰ ਉੱਤੇ ਪਏ ਹੋਏ ਸਨ, ਉਹਨਾਂ ਦਾ ਇਤਿਹਾਸ ਛੋਟਾ ਜਿਹਾ ਵਿਚਾਰਨਯੋਗ ਹੈ। ਉੱਥੇ ਕਿਸੇ ਨੇ ਜਾ ਕੇ ਜਿਹੜਾ ਜ਼ਾਫਰ ਅਲੀ ਖਾਂ ਹੈ ਚੌਂਕੀ ਦਾ ਜਿਹੜਾ ਸਰਦਾਰ ਹੈ, ਉਹਨੂੰ ਸ਼ਿਕਾਇਤ ਕਰ ਦਿੱਤੀ ਬਈ ਇਹ ਕੋਟਲਾ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਸਿੱਖ ਰੁਕੇ ਹੋਏ ਨੇ। ਉਹ ਆਪਣੇ ਨਾਲ ਸਿਪਾਹੀਆਂ ਦੀ ਗਾਰਦ ਨੂੰ ਲੈ ਕੇ ਆਇਆ ਔਰ ਜਦੋਂ ਆਇਆ
ਉਹਨੇ ਆ ਕੇ ਤਲਾਸ਼ੀ ਲਈ ਹਵੇਲੀ ਦੀ, ਸਾਰੀ ਹਵੇਲੀ ਦੀ ਤਲਾਸ਼ੀ ਲਈ। ਤੇ ਨਿਹੰਗ ਖਾਨ ਨੇ ਬੜੀ ਹਿਫਾਜ਼ਤ ਦੇ ਨਾਲ ਇੱਕ ਕਮਰੇ ਦੇ ਵਿੱਚ, ਜਿੱਥੇ ਲੇਟੇ ਹੋਏ ਸਨ ਭਾਈ ਬਚਿੱਤਰ ਸਿੰਘ ਜੀ, ਉਸ ਕਮਰੇ ਦੇ ਅੰਦਰ ਆਪਣੀ ਨੌਜਵਾਨ ਬੇਟੀ ਮੁਮਤਾਜ਼ ਨੂੰ ਉਹਨਾਂ ਦੀ ਸੇਵਾ ਵਿੱਚ ਲਾਇਆ ਹੋਇਆ ਸੀ ਤੇ ਆਖਿਆ ਸੀ, ਬੇਟਾ ਅੰਦਰੋਂ ਦਰਵਾਜ਼ਾ ਬੰਦ ਕਰ ਲਓ। ਜਦੋਂ ਤਲਾਸ਼ੀ ਹੋ ਰਹੀ ਸੀ ਤੇ ਇਹਨੇ ਆਖਿਆ, ਜ਼ਾਫਰ ਅਲੀ ਖਾਨ ਨੇ, ਆਹ ਕਮਰਾ ਇਹਨੂੰ ਵੀ ਖੋਲੋ, ਇੱਥੇ ਵੇਖੀਏ ਕੀ ਹੈ। ਤੇ ਨਿਹੰਗ ਖਾਨ ਨੇ ਆਖਿਆ ਸੀ, ਸਰਦਾਰ ਚੌਂਕੀ ਦੇ ਸਰਦਾਰ ਜ਼ਾਫਰ ਅਲੀ ਖਾਨ ਨੂੰ, ਖਾਨ ਸਾਹਿਬ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਆ, ਇਸ ਕਮਰੇ ਦੇ ਵਿੱਚ ਮੇਰਾ ਦਮਾਦ ਹੈ ਤੇ ਮੇਰੀ ਧੀ ਹੈ, ਜੇ ਤੁਸੀਂ ਆਖੋ ਤੇ ਮੈਂ ਤੁਹਾਨੂੰ ਦਰਵਾਜ਼ਾ ਖੋਲ ਕੇ ਦਿਖਾ ਦਿੰਨਾ। ਉਹ ਮਾਲਕ ਨੇ ਐਸੀ ਪੱਤ ਢੱਕੀ ਕਿ ਜ਼ਾਫਰ ਅਲੀ ਖਾਨ ਸ਼ਰਮਿੰਦਾ ਹੋਇਆ ਔਰ ਉਹਨੇ ਮਾਫੀ ਮੰਗੀ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਇਸ ਜਗ੍ਹਾ ਦੇ ਉੱਤੇ ਭੁੱਲ ਦੇ ਨਾਲ ਆ ਗਿਆ। ਪਰ ਉਧਰ ਸਿਦਕ ਬੱਚੀ ਦਾ ਬਹੁਤ ਜ਼ਿਆਦਾ, ਮੁਮਤਾਜ਼ ਦਾ, ਉਹਨੇ ਬਾਹਰੋਂ ਆਪਣੇ ਪਿਤਾ ਅੱਬਾ ਜਾਣ ਦੀ ਆਵਾਜ਼ ਸੁਣ ਲਈ ਤੇ ਉਸੇ ਵਕਤ ਕਹਿੰਦੇ ਨੇ ਉੱਠ ਕੇ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਦੇ ਉੱਪਰ, ਜਿਹੜੇ ਮਰਗ ਬਿਸਤਰ ਤੇ ਪਏ ਹੋਏ ਨੇ, ਚਰਨਾਂ ਦੇ ਉੱਤੇ ਮੱਥਾ ਟੇਕਿਆ। ਉਹਦੇ ਸਰੀਰ ਵਿੱਚ ਕੋਈ ਚਰਨਾਹਟ ਛਿੜੀ, ਕਿਉਂਕਿ ਬੰਦਗੀ ਵਾਲੇ ਨੂੰ ਮੱਥਾ ਟੇਕਿਆ। ਔਰ ਉਸੇ ਵਕਤ ਸੋਚ ਲਿਆ ਵੀ ਇਹੀ ਮੇਰੇ ਪਤੀ ਨੇ ਹਮੇਸ਼ਾ ਦੇ ਵਾਸਤੇ। ਹਾਲਾਂਕਿ ਅਗਲੇ ਦਿਨ ਭਾਈ ਬਚਿੱਤਰ ਸਿੰਘ ਜੀ ਚੜ੍ਹਾਈ ਕਰ ਗਏ, ਸੱਚਖੰਡ ਪਿਆਨਾ ਕਰ ਗਏ। ਫਿਰ ਜਿਹੜਾ ਨਿਹੰਗ ਖਾਂ ਹੈ, ਉਹਨੇ ਗੁਰਸਾ ਸਿੰਘ ਗਹੂਣੀਆਂ ਤੇ ਬੱਗਾ ਸਿੰਘ ਤਨਖੇਟਾ, ਇਹਨਾਂ ਦੋਵਾਂ ਨੂੰ ਨਾਲ ਲੈ ਕੇ ਆਪਣੀ ਹਵੇਲੀ ਦੇ ਵਿੱਚ ਭਾਈ ਸਾਹਿਬ ਜੀ ਦਾ ਸੰਸਕਾਰ ਕਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਸਾਰਾ ਸਮਾਨ ਸਮੇਟ ਲਿਆ। ਸਾਧ ਸੰਗਤ ਜੀ, ਬੇਸ਼ੱਕ ਇਤਿਹਾਸ ਅੱਗੇ ਬਹੁਤ ਲੰਮੇਰਾ ਹੈ, ਪਰ ਜਿੰਨਾ ਸਮਾਂ ਦਾਸ ਨੂੰ ਮਿਲਿਆ ਸੀ, ਸਮੇਂ ਦੀ ਸਮਾਪਤੀ ਹੈ, ਇਸ ਲਈ ਆਪਾਂ ਇੱਥੋਂ ਹੀ ਇਤਿਹਾਸ ਅੱਗੇ ਕੱਲ੍ਹ ਨੂੰ ਸ਼ੁਰੂ ਕਰਾਂਗੇ। ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਵੱਧ ਤੋਂ ਵੱਧ ਆਪ ਹਾਜ਼ਰੀਆਂ ਭਰਿਓ। ਬੇਅੰਤ ਹੋਈਆਂ ਭੁੱਲਾਂ ਲਈ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।